इंजीनियर मोहम्मद अली मिर्जा साहब ने बेतहाशा बंद दरवाजे जिन्हां नूं साला साल तू कहीं पक्के करके बंद कीता है, जकड़ बंद लाए सेट करते ना वो दरवाजे खोले ने ਮੇਰੇ ਨਬੀ ਦੇ ਉਹ ਰਸਤੇ ਦੱਸੇ ਹੈਗੇ 17 ਰੱਖਤਾ ਹਾਂ ਕੋਈ ਪੜਦਾ ਹੀ ਨਹੀਂ ਸੀ ਉਹ ਰਹਿ ਜਾਂਦੀਆਂ ਸਨ ਚਾਰ ਹੁਣ ਪਤਾ ਲੱਗਿਆ ਪੂਰੇ ਦਿਨ 17 ਪੜ ਲਓ ਤੇ ਸਹੀ ਸਹੀ ਹੈ ਹੈ। ਇੰਜੀਨੀਅਰ ਸਾਹਿਬ ਨੇ ਬਹੁਤ ਅੱਛੀ ਇੰਜੀਨੀਅਰਿੰਗ ਕੀਤੀ ਹਾਂ ਮਸਜਿਦ ਵਿੱਚ ਇਮਾਮ ਸੇ ਹਾਂ ਉੱਥੇ ਸਪੀਕਰ ਲਾ ਕੇ ਤੇ ਜੇ ਤੂੰ ਨੱਚੀ ਨਾ ਸੋਹਣੀ ਹੈ ਤੇਰੇ ਲਹਿੰਗੇ ਤੇ ਸ਼ਰਾਬ ਡੋਲ ਦੂੰ ਹਾਂ ਤੇ ਇਹ ਗਾਣੇ ਵੱਜ ਰਹੇ ਨੇ ਹਾਂ ਮਸਜਿਦ ਦੇ ਮਹਿੰਦੀਆਂ ਹੋ ਰਹੀਆਂ ਨੇ ਤੇ ਮੁਜਰੇ ਹੋ ਰਹੇ ਨੇ ਡੀਐਸਪੀ ਸਾਡੇ ਅੱਗੇ ਲਾ ਕੇ ਨੱਚਦਾ ਮਹਿੰਦੀ ਕੀਤੀ ਸੀ ਇਮਾਮ ਮਸਜਿਦ ਸਾਹਿਬ ਜਿਹੜੇ मैं इन एंकर्स की बड़ी इज्जत करता हूँ। यकीन करें बाज़ मौक़ों पर ये लोग बड़ी दिलेरी दिखाते हैं, बड़े मजहबी लोग भी वो दिलेरी नहीं दिखा सकते जो हमारे बाज़ एंकर्स दिखा के इश्यूज़ को हाईलाइट करते हैं। अस्सलाम वालेकुम, मेरा नाम है राना अरबाब और आप देख रहे हैं बटल यूट्यूब चैनल। आज की वीडियो में बात करेंगे मियाँ इमरान अरशद साहब, जिनको आप जानते होंगे कि लाहौर पूछता है के नाम से एक प्रोग्राम करते थे, लाहौर रंग न्यूज़ चैनल है उस पर, और अभी पाकिस्तान पूछता है के नाम से में भी न्यू टीवी चैनल है उस पर प्रोग्राम करते हैं, और वो उसी कैटेगरी का प्रोग्राम होता है जिस तरह सरेआम की टीम करती थी, इकरारुल हसन साहब करते थे। तो खैर एक वीडियो में एक इंटरव्यू में उनसे पूछा गया इंजीनियर साहब के हवाले से, तो उस इंटरव्यू में उन्होंने इंडायरेक्टली जो है वो यही कहा है कि द डैमेज हैज़ बीन डन, मतलब जो इंजीनियर साहब ने फ़िरक़ों को नुकसान पहुंचाना था वो पहुंचा दिया हुआ है और फ़िरक़ों की दुकानें बंद कर दी हुई हैं। और उसके अलावा उन्होंने ये भी कहा कि दीन को मतलब जो कि ऑलरेडी आसान था उसको इतना मुश्किल कर दिया था इन फ़िरका परस्त लोगों ने, और इंजीनियर साहब ने वो आसान दीन हम लोगों तक पहुंचाया। यानी कि नमाज के हवाले से उन्होंने बात की कि टोटल 17 रखते हैं पूरे दिन में, तो हमें जो है ना वो एक ईशा की 17 रखते पढ़ाई जाती थी, और उसके अलावा और भी उन्होंने इस तरह की काफ़ी सारी बातें की हैं। तो खैर पहले आप उनकी मुकम्मल वीडियो देखें, उसके बाद बात करते हैं। इंजीनियर मोहम्मद अली मिर्जा कीप डूइंग गुड वर्क। हाँ मोहम्मद अली मिर्जा साहब ने बेतहाशा ਬੰਦ ਦਰਵਾਜ਼ੇ ਜਿਨ੍ਹਾਂ ਨੂੰ ਸਾਲਾ ਸਾਲ ਤੂੰ ਐਂ ਪੱਕੇ ਕਰਕੇ ਬੰਦ ਕੀਤਾ ਹੈ, ਜਕੜ ਬੰਦ ਲਾਏ ਹੋਏ ਸੀ ਸੈਟ ਕਰਤੇ ਨਾ ਉਹ ਦਰਵਾਜ਼ੇ ਖੋਲੇ ਨੇ ਮੇਰੇ ਨਬੀ ਦੇ ਉਹ ਰਸਤੇ ਦੱਸੇ ਹੈਗੇ ਨੇ ਜਿਨ੍ਹਾਂ ਨੂੰ ਸਾਡੇ ਤੋਂ ਲੁਕਾਇਆ ਗਿਆ ਹੈ ਇੰਟੈਂਸ਼ਨਲੀ ਔਰ ਅਨਇੰਟੈਂਸ਼ਨਲੀ। ਸਾਨੂੰ ਰੱਬ ਦੇ ਦੇਖੋ ਮੋਟੀ ਜੀ ਗੱਲ ਕਰ ਰਹੇ ਹਾਂ, ਇਸ਼ਾ ਦੀ ਜਮਾਤ ਇਸ਼ਾ ਦੀ ਨਮਾਜ਼ 17 ਰੱਖਤਾ ਹਾਂ ਕੋਈ ਪੜਦਾ ਹੀ ਨਹੀਂ ਸੀ ਉਹ ਰਹਿ ਜਾਂਦੀਆਂ ਸਾਂ ਚਾਰ ਹੁਣ ਪਤਾ ਲੱਗਿਆ ਪੂਰੇ ਦਿਨ 17 ਪੜ ਲਓ ਤੇ ਸਹੀ ਹੈ ਸਹੀ ਹੈ ਉਹ ਬਸ ਵੀ ਸਹੀ ਹੈ ਫਰਜ਼ ਦਾ ਹਾਂ ਹੁਕਮ ਹੈ। ਤੇ ਇੰਜੀਨੀਅਰ ਸਾਹਿਬ ਨੇ ਬਹੁਤ ਅੱਛੀ ਇੰਜੀਨੀਅਰਿੰਗ ਕੀਤੀ। ਹਾਂ ਹਰ ਮਕਤਬਾ ਫਿਕਰ ਨੂੰ ਇਖਤਲਾਫ ਹੈ, ਉਹਦੀ ਵਜ੍ਹਾ ਹੈਗੀ ਹੈ ਕਿ ਉਹਨਾਂ ਨੇ ਇੱਕੋ ਵਕਤ ਵਿੱਚ ਕਾਫੀ ਸਾਰੇ ਦੁਸ਼ਮਣ ਜਿਹੜੇ ਨੇ ਉਹ ਆਪ ਦੇ ਨਾਲ ਇਕੱਠੇ ਕਰ ਲਏ। ਔਰ ਉਹ ਇਹ ਵੀ ਕਹਿੰਦੇ ਨੇ ਕਿ ਮੈਂ ਖੁਦ ਤੋਂ ਤਾਂ ਨਹੀਂ ਕਹਿ ਰਿਹਾ, ਮੈਂ ਕਿਤਾਬਾਂ ਤੋਂ ਪੜ੍ਹ ਕੇ ਸੁਣਾ ਰਿਹਾ ਵਿਦ ਰੈਫਰੈਂਸਸ। ਨਾਸਿਰ ਮਦਨੀ ਨਾਸਿਰ ਮਦਨੀ ਸਾਹਿਬ ਸਾਡੇ ਭਾਈਆਂ ਰੰਗੇ ਨੇ, ਲੇਕਿਨ ਉਹਨਾਂ ਨੂੰ ਰਿਕੁਐਸਟ ਹੈ ਕਿ ਥੋੜਾ ਜਿਹਾ ਬੜਾਓ ਸ਼ੋਹਰਤ ਵਿੱਚ ਇਹ ਜਿਹੜਾ ਮਜ਼ਾਹੀਆ ਅੰਦਾਜ਼ ਹੈ ਨਾ, ਖਾਸ ਤੌਰ ਤੇ ਮਜ਼ਹਬੀ ਮਾਮਲੇ 'ਚ ਇਹਦੇ 'ਚ ਇੱਕ ਇhtiyat ਕਿਤੇ ਹੋਣਾ ਚਾਹੀਦਾ। ਖੁਦਾ ਨਾ ਖਾਸਤਾ ਕਿਤੇ ਕੋਈ ਲਾਈਨ ਕ੍ਰਾਸ ਨਾ ਹੋ ਜਾਏ ਤੇ ਸੋਹਣਾ ਰੱਬ ਨਾ ਤੇ ਤੁਸੀਂ ਬੈਠੇ ਹੋ ਨਾ ਉੱਥੇ ਥੋੜੀ ਜੀ ਤਮੀਜ਼ ਇhtiraam। ਦੇਖੋ ਮੈਂ ਤੁਹਾਨੂੰ ਦੱਸਣਾ ਨਾ, ਇਹ ਪਿਛਲੇ ਦਿਨੋਂ ਉਕਾੜੇ 'ਚ ਉਹ ਮੌਲਵੀ ਸਾਹਿਬ ਨੇ ਮਸਜਿਦ ਵਿੱਚ ਇਮਾਮ ਮਸਜਿਦ ਹਾਂ ਉੱਥੇ ਸਪੀਕਰ ਲਾ ਕੇ ਤੇ ਜੇ ਤੂੰ ਨੱਚੀ ਨਾ ਸੋਹਣੀ ਹੈ ਤੇਰੇ ਲਹਿੰਗੇ ਤੇ ਸ਼ਰਾਬ ਡੋਲ ਦੂੰ ਹਾਂ ਤੇ ਇਹ ਗਾਣੇ ਵੱਜ ਰਹੇ ਨੇ ਤੇ ਹਾਂ ਮਸਜਿਦ ਦੇ ਮਹਿੰਦੀਆਂ ਹੋ ਰਹੀਆਂ ਨੇ ਤੇ ਉੱਥੇ ਖਾਜਾ ਸਰਾ ਮੰਗਵਾ ਕੇ ਤੇ ਮੁਜਰੇ ਹੋ ਰਹੇ ਨੇ ਤੇ ਮੈਂ ਹਾਂ ਉਕਾੜਾ ਚ ਆਈ ਕਵਰਡ ਦੈਟ ਉੱਤੇ ਬਕਾਇਦਾ ਇਹਦੇ ਤੇ ਬੜਾ ਰੌਲਾ ਰੱਪਾ ਸਿਆਪਾ ਵੀ ਪਿਆ, ਬਕਾਇਦਾ ਡੀਐਸਪੀ ਸਾਡੇ ਅੱਗੇ ਲੱਗ ਕੇ ਨਸਦਾ। ਮਹਿੰਦੀ ਕੀਤੀ ਸੀ ਇਮਾਮ ਮਸਜਿਦ ਸਾਹਿਬ ਜਿਹੜੇ ਨੇ ਉਹਨਾਂ ਦੇ ਆਪਣੀ ਉਹਨਾਂ ਦੇ ਆਪਦੀ ਨਵਾਸੀ ਦੀ ਨਵਾਸੀ ਹਾਂਜੀ। ਤੇ ਮੈਂ ਇਹ ਰਿਕੁਐਸਟ ਕਰ ਰਿਹਾ ਕਿ ਮਜ਼ਹਬ ਵਿੱਚ ਮਸਖਰਾਪਨ ਥੋੜਾ ਜਿਹਾ ਇhtiyat ਕਰ ਲੋ, ਐਵੇਂ ਕਿਤੇ ਇਹ ਨਾ ਕਿ ਸੋਹਣਾ ਰੱਬ ਨਾਰਾਜ਼ ਹੋ। जो लोग सच्चाई ट्रुथ लवर्स होते हैं ना उनको सच्चाई पसंद आती है, और आप ट्रुथ लवर बनना सीखें, यकीन करें आपकी जिंदगी आसान हो जाएगी, वरना आप कुड़ के मर जाएंगे। मैंने इसीलिए शुरू ही में मेरी वीडियोस रिकॉर्ड होने से पहले मैंने फिरकावारी से तौबा कर ली थी, क्योंकि मैं कुड़ना नहीं चाहता था। मुझे यार लगा, मैंने कहा यार इस मसले में तो बरेलवी ठीक कह रहे हैं, तो ये अहले हदीस ये क्यों कर रहे हैं? अहले हदीस और देवबंद जो है वो इकामत शुरू होते ही खड़े हो जाते हैं कि तो कद कामत सलाह पे खड़ा होना चाहिए। जामिया तिरमिज़ी 592 नंबर हदीस। ये शिया और बरेलवी इस मसले में ठीक है? अच्छा जी। फिर किसी मसले में अहले हदीस ठीक होते थे तो मैं कहता था यार ये बरेलवी क्या कर रहे हैं, और किसी मसले में शिया ठीक होते थे तो मैं कहता था सुन्नी क्या कर रहे हैं। मैंने कहा यार या तो मैं कुड़ के मर जाऊं, तो या मैं ऐलान कर दूं कि ना मैं वाबी ना मैं बाबी, मैं हूं मुस्लिम इल्मी किताबी, जाओ दफा हो, मेरा किसी से कोई ताल्लुक नहीं। 3 तलाकें दे के और 4 तकबीरें पढ़ के
اور 5 تکبیریں میں صحیح مسلم میں ثابت ہے. 5 پڑھ کے آپ کو دفنا دیا. ایک مجلس میں 3 طلاقیں دی ہیں فرقہ واریت کو, ورنہ کڑ کڑ کے مر جائیں گے آپ. ٹروتھ لور ہو جائیں. آپ دیکھیں ہم بے فکر ہیں. ہمیں کوئی آ کہتا ہے نا وہ دیکھیں نہیں وہ فلان ہے, فلاں چیز کر دی ہے, اس سے فلاں فرقے کو نقصان ہو رہا ہے. میں کہتا ہوں جی ہوتا رہے, ان فرقوں نے اسلام کے ساتھ تھوڑا کیا ہے نقصان, تو ہمیں تو کوئی مسئلہ نہیں ہے. ہم کہیں گے ٹروتھ کا نقصان نہیں ہونا چاہیے. جہاں کی سچائی کی بات ہوگی ہم سامنے آ کے ڈیفینڈ کریں گے. جنید جمشید سے طارق جمیل صاحب نے بھی ہاتھ اٹھا لیا تھا کہ ان کا ذاتی بیان ہے, میں نے آ کے فرنٹ سے لیڈ کیا. کیوں؟ ٹروتھ لور. ٹروتھ لور بنے, آپ کی زندگی میں سکون آ جائے گا, روحانیت آ جائے گی, آپ کو کبھی ٹینشن نہیں ہوگی. اور دوسری چیز جو مولانا اسحاق صاحب اکثر فرمایا کرتے تھے, میں ایگری کرتا ہوں کہ یار کسی بندے کو بھی معصوم نہ سمجھے, ہر بندے سے غلطی ہو سکتی ہے. تو جب غلطی ہو سکتی ہے تو اس سے اس کا مرتبہ ختم نہیں ہوگا, کیونکہ تو اس کی سرشت کے اندر ہے غلطی کرنا. جب سرشت میں غلطی موجود ہے تو اس سے مرتبہ نہیں ختم ہوتا. اگر کسی مسئلے میں کسی بڑے سے بڑے صحابی سے بھی غلطی ہوگی اس کا مرتبہ نہیں ختم ہو جائے گا. ہمیں فوراً مرتبے کی فکر پڑ جاتی ہے, اس کی وجہ سے ہم غلطی بھی ماننے کے لیے تیار نہیں ہوتے. تو یہ پھر ہو جاتا ہے بت پرستی, اور اسلام بت پرستی کے خلاف ہے, شخصیت پرستی کے خلاف ہے. جی تو آپ لوگوں نے مکمل ویڈیو دیکھی, آپ لوگوں کو اندازہ ہو چکا ہوگا کہ اب تک جو ہے نا وہ بہت سارے لوگ اور مختلف شعبوں سے تعلق رکھنے والے لوگ جو ہیں وہ اب اس راہ پہ آ رہے ہیں, مطلب دین کی راہ پہ آ رہے ہیں. مطلب جو ایک گیپ تھا مولوی طبقہ جو تھا, مذہبی طبقہ بہت اسٹرانگ قسم کا, اور اس کے علاوہ سیکولر اور لبرل ٹائپ طبقہ جو کہ مذہب سے دور تھا, تو ان دونوں کے درمیان جو گیپ تھا وہ انجینئر صاحب کی وجہ سے جو ہے نا فل ہوا ہے. مطلب یہ جو لوگ تھوڑے بہت مذہبی تھے لیکن وہ مولویوں کی حرکات اور ان کی تشدد پسندی اور اس طرح مطلب کافی ساری چیزیں ہیں جو فرقہ پرست لوگ کرتے تھے, تو اس کو ختم کر کے انجینئر صاحب نے ایک عام فہم میں دین سمجھانے کی کوشش کی ہے. تو اسی وجہ سے لوگ متاثر ہوئے ہیں اور دین کی طرف آئے ہیں. تو یہ بہت بڑا کریڈٹ جو ہے انجینئر صاحب کو بنتا ہے. اور اس طرح کی کافی ساری بڑی پرسنالٹیز جو ہیں وہ کسی بھی شعبے سے چاہے تعلق رکھتی ہوں وہ دین کی طرف آ رہی ہیں. تو خیر میاں عمران ارشد صاحب نے بھی فل سپورٹ کی انجینئر صاحب کو کہ وہ بالکل صحیح دین بیان کر رہے ہیں, اور مطلب کہ وہ دین کی اصل تشریح جو ہے وہ بیان کر رہے ہیں. باقی اختلافات تو ہر کسی سے ہو سکتے ہیں, انجینئر صاحب سے بھی اختلافات ہو سکتے ہیں, کوئی بھی پرسنالٹی دنیا میں ہے, اختلافات تو ہر کسی سے ہو سکتے ہیں. تو خیر اپنی رائے کا اظہار کمنٹ باکس میں ضرور کریں. انشاءاللہ ملتے ہیں نیکسٹ ویڈیو میں. اللہ حافظ. لیکن میں جو سچائی ہے میں اس کے ساتھ کھڑا ہوتا ہوں. الٹیمیٹلی آپ دیکھ لیں کہ سچ کی فتح ہوتی ہے, آپ نے ضمیر کے مجرم نہیں بنتے, اور جو ٹروتھ لور ہیں وہ آپ کے ساتھ آ جائیں گے. اور جو بکے ہوئے لوگ ہیں ان کی تو قسمت میں پیغمبر کے ذریعے بھی ہدایت نہیں ہوتی ہے, تو میں ان کے بارے میں کیا ہدایت کا ڈیزائن کر سکتا ہوں؟ وہ تو اللہ کیا. انک لا تہدی من احببت ولکن اللہ یہدی من یشاء. نبی جس سے تم محبت کرتے ہو اسے ہدایت نہیں دے سکتے, بلکہ اللہ جسے چاہتا ہے ہدایت دیتا ہے. اور اس کے ساتھ ہے کہ اللہ خوب جانتا ہے کسے ہدایت دینی ہے. جو ٹروتھ لور ہوگا, ہدایت کا طلبگار ہوگا, والذین جاہدوا فینا لنہدینہم سبلنا, جو لوگ ہماری راہ میں کوشش کریں گے ان کے لیے ہم اپنی رائے کھولیں گے. جو گاڈ کو سیریس نہیں لیتا تو گاڈ کو اس کی کوئی پرواہ نہیں ہے. اللہ تعالیٰ بے پرواہ ہے. تو ٹروتھ لور بنے.